ਲਿਓ ਜੀ, ਗੁੱਡ ਈਵਨਿੰਗ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡੇ ਸਾਰਿਆਂ ਦਾ ਆਪਣੇ ਅੱਜ ਦੇ ਸੈਸ਼ਨ ਦੇ ਅੰਦਰ। ਚਲੋ ਆਪਾਂ ਅੱਜ ਦਾ ਆਪਣਾ ਸੈਸ਼ਨ ਸਟਾਰਟ ਕਰਦੇ ਹਾਂ। ਅੱਜ ਆਪਾਂ ਪੋਲਿਟੀ ਦੇ MCQ ਡਿਸਕਸ ਕਰਾਂਗੇ, ਠੀਕ ਹੈ ਜੀ। 20 ਤੱਕ DPSP ਤੇ ਫੰਡਾਮੈਂਟਲ ਡਿਊਟੀਜ਼ ਵਾਲਾ ਚੈਪਟਰ ਆਪਾਂ ਕਰ ਰਹੇ ਸੀਗੇ। 20 ਤੱਕ MCQ ਇਸ ਤੇ ਡਿਸਕਸ ਹੋ ਚੁੱਕੇ ਨੇ ਆਪਣੇ। ਸੋ 21 ਤੋਂ ਆਪਾਂ ਸਟਾਰਟ ਕਰਦੇ ਹਾਂ, ਠੀਕ ਹੈ ਜੀ। ਜਸਟ ਅ ਸੈਕਿੰਡ, ਠੀਕ ਹੈ। ਸੋ 21st question है जी अपना आज दा। Which article of the Indian Constitution mentions about the promotion of educational and economic interest of scheduled caste, scheduled tribe and other weaker sections? ਕਿ ਕਿਹੜਾ ਆਰਟੀਕਲ ਹੈ ਕਨਸਟੀਟਿਊਸ਼ਨ ਦੇ ਅੰਦਰ DPSP ਵਾਲੇ ਪਾਰਟ ਦੇ ਅੰਦਰ ਜਿਹੜਾ ਸ਼ਡਿਊਲ ਕਾਸਟ, ਸ਼ਡਿਊਲ ਟ੍ਰਾਈਬ ਜਾਂ ਜਿਹੜੇ ਬਾਕੀ ਵੀਕਰ ਸੈਕਸ਼ਨ ਨੇ ਉਹਨਾਂ ਦੇ ਐਜੂਕੇਸ਼ਨਲ ਤੇ ਇਕਨੋਮਿਕ ਇੰਟਰਸਟਾਂ ਨੂੰ ਪ੍ਰਮੋਟ ਕਰਨ ਦੀ ਗੱਲ ਕਰ ਰਿਹਾ ਹੈ। ਸੋ ਬਈ ਆਪਣਾ ਇਹ ਆਰਟੀਕਲ 46 ਆਪਸ਼ਨ ਨੰਬਰ ਡੀ ਆਪਣਾ ਆਨਸਰ ਆ ਜਾਏਗਾ। SSC CGL 2024 ਦਾ ਇਹ ਕੁਐਸਚਨ ਸੀਗਾ, ਠੀਕ ਹੈ ਬਈ। ਚਲੋ ਅੱਗੇ ਨੈਕਸਟ ਕੁਐਸਚਨ ਇਜ਼ which article of the Indian Constitution provides for protecting and improving the environment and safeguarding forest and wildlife? ਕਿ ਕਨਸਟੀਟਿਊਸ਼ਨ ਦਾ ਕਿਹੜਾ ਆਰਟੀਕਲ ਕਹਿ ਰਿਹਾ ਹੈ ਕਿ ਆਪਾਂ এনवायरमेंट ਨੂੰ ਇੰਪਰੂਵ ਕਰਨਾ ਹੈ, ਸੇਫਗਾਰਡ ਕਰਨਾ ਹੈ ਫੋਰੈਸਟਾਂ ਨੂੰ ਤੇ ਵਾਈਲਡ ਲਾਈਫ ਨੂੰ। ਸੋ ਬਈ ਇਹ ਕਹਿ ਰਹੇ ਆਪਣਾ ਆਰਟੀਕਲ 48A SSC CGL 2024 ਦਾ ਇਹ ਕੁਐਸਚਨ ਸੀਗਾ ਜੀ। ਚਲਿਏ ਜੀ ਅੱਗੇ नेक्स्ट क्वेश्चन। Which directive principle was added by the 97th Amendment Act of 2011? कि केड़ा DPSP ਦਾ ਆਰਟੀਕਲ ਵਿੱਚੋਂ ਐਡ ਹੋਇਆ ਸੀਗਾ ਬਾਈ 97th Amendment Act of 2011। ਸੋ ਇਸ ਨੇ ਐਡ ਕਰਿਆ ਸੀਗਾ ਜੀ ਆਪਣਾ ਪ੍ਰੋਮੋਸ਼ਨ ਆਫ ਕੋਆਪਰੇਟਿਵ ਸੁਸਾਇਟੀਜ਼। ਆਪਸ਼ਨ ਨੰਬਰ ਬੀ ਆਪਣਾ ਆਨਸਰ ਆ ਜਾਏਗਾ, ਠੀਕ ਹੈ ਜੀ। ਆਪਸ਼ਨ ਨੰਬਰ ਬੀ SSC JE 2024 ਦਾ ਇਹ ਕੁਐਸਚਨ ਸੀਗਾ। ਚਲੋ ਅੱਗੇ ਬਈ which of the following articles of the Indian Constitution mentions that the state shall maintain just and honorable relations between nations? ਕਿ ਸਾਰੀਆਂ ਕੰਟਰੀਆਂ ਨਾਲ ਆਪਾਂ ਅੱਛੇ ਰਿਲੇਸ਼ਨ ਬਣਾ ਕੇ ਰੱਖਾਂਗੇ, ਇੰਟਰਨੈਸ਼ਨਲ ਪੀਸ ਬਣਾ ਕੇ ਰੱਖਾਂਗੇ। ਇਹ ਬਈ ਕਿਹੜਾ ਆਰਟੀਕਲ ਕਹਿ ਰਿਹਾ? ਆਰਟੀਕਲ 51 ਕਹਿ ਰਿਹਾ ਹੈ। ਆਪਾਂ ਪੜ੍ਹਿਆ ਨਾ ਬੱਚਿਓ, ਲਾਸਟ ਵਾਲਾ ਆਰਟੀਕਲ ਹੈ ਜਿਹੜਾ ਇੰਟਰਨੈਸ਼ਨਲ ਪੀਸ ਵਾਲਾ ਆਰਟੀਕਲ ਹੈ, ਉਹੀ ਆਪਣਾ ਇਹ ਚੀਜ਼ਾਂ ਵੀ ਕਹਿ ਰਿਹਾ ਹੈ। SSC GD 2024 ਦਾ ਇਹ ਕੁਐਸਚਨ ਸੀਗਾ। ਨੈਕਸਟ ਕੁਐਸਚਨ ਇਜ਼ ਇਨ ਅ ਸਿਚੁਏਸ਼ਨ ਵੇਅਰ ਇਨ A ਐਂਡ B ਆਰ ਵਰਕਿੰਗ ਇਨ ਸੇਮ ਆਫਿਸ। A ਫੀਮੇਲ ਹੈ, B ਮੇਲ ਹੈ, ਦੋਨੋਂ ਸੇਮ ਆਫਿਸ ਦੇ ਅੰਦਰ ਕੰਮ ਕਰ ਰਹੇ ਨੇ। ਸੇਮ ਡੈਜਿਗਨੇਸ਼ਨ ਹੈ, ਮਤਲਬ ਸੇਮ ਰੈਂਕ ਤੇ ਨੇ। ਸੇਮ ਨੇਚਰ ਆਫ ਵਰਕ, ਸੇਮ ਇਹਨਾਂ ਕੋਲੇ ਵਰਕ ਹੈ ਬਟ ਅਨਇਕੁਅਲ ਪੇਮੈਂਟ, ਬਟ ਇਹਨਾਂ ਦੀ ਜਿਹੜੀ ਸੈਲਰੀ ਹੈ ਉਹ ਅਲੱਗ-ਅਲੱਗ ਹੈ। ਸੋ ਵਿਚ ਆਫ ਦ ਫੋਲੋਇੰਗ ਆਰਟੀਕਲਸ ਆਫ ਦ ਕਨਸਟੀਟਿਊਸ਼ਨ ਵਿਲ ਬੀ ਐਪਲੀਕੇਬਲ? ਕਿਹੜਾ ਕਨਸਟੀਟਿਊਸ਼ਨ ਦਾ ਆਰਟੀਕਲ ਐਪਲੀਕੇਬਲ ਹੋਵੇਗਾ? ਆਰਟੀਕਲ 39D ਹੋਵੇਗਾ ਬਈ, ਠੀਕ ਹੈ ਜੀ। SSC CHSL 2024 ਦਾ ਕੁਐਸਚਨ ਹੈ। ਚਲਿਏ ਵੀ ਅੱਗੇ ਨੈਕਸਟ ਇਜ਼ 39D ਆਨਸਰ ਆ ਗਿਆ ਆਪਣਾ ਇਸ ਦਾ, ਆਪਸ਼ਨ ਨੰਬਰ ਡੀ। ਨੈਕਸਟ ਇਜ਼ ਬਾਇਓਲੋਜੀਕਲ ਡਿਵਰਸਿਟੀ ਐਕਟ 2002 ਪਾਸ ਕਰਿਆ ਗਿਆ ਬਾय द गवर्नमेंट ऑफ इंडिया। इट फुलफिल्ड आइडियल्स ऑफ विच आर्टिकल ऑफ DPSP? 48 से वाइल्ड लाइफ ਨੂੰ ਪ੍ਰੋਟੈਕਟ ਕਰਨਾ ਹੈ ਬੱਚਿਓ, ਹਨਾ। ਹੁਣੀ ਪਿੱਛੇ ਆਪਾਂ ਪੜ੍ਹ ਕੇ ਆਏ ਹਾਂ। ਸੋ 48A ਦੇ ਲਈ ਆਪਾਂ ਮੰਨ ਸਕਦੇ ਹਾਂ ਕਿ ਬਾਇਓਲੋਜੀਕਲ ਡਿਵਰਸਿਟੀ ਐਕਟ ਜਿਹੜਾ ਹੈਗਾ ਹੈ ਬੱਚਿਓ ਪਾਸ ਕਰਿਆ ਗਿਆ ਹੈ। SSC CPO 2024 ਦਾ ਆਪਣਾ ਕੁਐਸਚਨ ਸੀਗਾ। ਨੈਕਸਟ ਇਜ਼ which of the following does not come under DPSP? ਕਿਹੜਾ ਚੀਜ਼ DPSP ਦੇ ਅੰਦਰ ਨਹੀਂ ਆ ਰਹੀ ਹੈਗੀ? ਪ੍ਰੋਮੋਸ਼ਨ ਆਫ ਕੋਟੇਜ ਇੰਡਸਟਰੀਜ਼, ਇਹ ਤਾਂ ਬਈ ਆ ਰਿਹਾ ਹੈ। ਪ੍ਰੋਮੋਸ਼ਨ ਆਫ ਇੰਡੀਅਨ ਲੋਕਲ ਲੈਂਗੁਏਜ, ਇਹ ਨਹੀਂ ਆ ਰਿਹਾ ਬਈ। ਪ੍ਰੋਮੋਸ਼ਨ ਆਫ ਦ ਵੈਲਫੇਅਰ ਆਫ ਦ ਪੀਪਲ, ਇਹ ਤਾਂ ਮੇਨ ਮੋਟਿਵ ਹੀ ਹੈ। यूनिफॉर्म सिविल कोड अंडर आर्टिकल 44, ये भी आ रहा है भाई। सो ऑप्शन नंबर बी नहीं आ रहा है, इसने नोट ही पूछा है, सो आंसर आ जाएगा ऑप्शन नंबर बी। SSC फेज 12 2024 का क्वेश्चन सीगा अपना ये। नेक्स्ट क्वेश्चन इज आर्टिकल 43 द स्टेट shall endeavour to promote cottage industries on an individual or cooperative basis in rural areas is a DP या डायरेक्टिव बेस्ड ऑन प्रिंसिपल्स। एक किहड़ा डायरेक्टिव है भाई? देखो बच्चों, वैसे तो कॉन्स्टिट्यूशन के अंदर
ਜਿਹੜੇ ਆਪਣੇ ਡੀਪੀਐਸਪੀ ਦੇ ਆਰਟੀਕਲ ਨੇ ਇਹਨਾਂ ਨੂੰ ਡਿਵਾਈਡ ਨਹੀਂ ਕਰਿਆ ਗਿਆ ਕੌਂਸਟੀਟਿਊਸ਼ਨ ਦੇ ਅੰਦਰ, ਬਸ ਆਰਟੀਕਲ ਲਿਖੇ ਹੋਏ ਨੇ, ਲੇਕਿਨ ਆਪਾਂ ਇਹਨਾਂ ਨੂੰ ਡਿਵਾਈਡ ਕਰਕੇ ਪੜ੍ਹ ਲੈਂਦੇ ਹਾਂ। ਜਿੱਦਾਂ ਕਿ ਆਪਾਂ ਨੂੰ 3 ਟਾਈਪਸ ਦੇ ਅੰਦਰ ਡਿਵਾਈਡ ਕਰ ਰੱਖਿਆ ਹੈ। ਇੱਕ ਹੋ ਗਿਆ ਆਪਣੇ ਗਾਂਧੀਅਨ, ਇੱਕ ਹੋ ਗਿਆ ਆਪਣੇ ਸੋਸ਼ਲਿਸਟ, ਇੱਕ ਆਪਣੇ ਹੋ ਗਏ ਇੰਟੈਲੈਕਚੁਅਲ, ਹੈ ਨਾ। ਸੋ ਆਪਾਂ ਨੇ ਇਹਨਾਂ ਨੂੰ 3 ਕੈਟੇਗਰੀਆਂ ਦੇ ਅੰਦਰ ਡਿਵਾਈਡ ਕਰ ਲਿਆ। ਇਹ ਕਿੱਦਾਂ ਕਰਿਆ ਕਿ ਕਿਹੜੇ ਓਵਰਆਲ ਸੁਸਾਇਟੀ ਦਾ ਵੈਲਫੇਅਰ ਕਰ ਰਹੇ ਨੇ ਉਹ ਸੋਸ਼ਲਿਸਟ ਦੇ ਅੰਦਰ ਆ ਗਏ, ਜਿਹੜੇ ਗਾਂਧੀ ਜੀ ਦੇ ਵਿਚਾਰਾਂ ਨਾਲ ਮਿਲ ਰਹੇ ਨੇ ਆਰਟੀਕਲ ਉਹ ਗਾਂਧੀਅਨ ਪ੍ਰਿੰਸੀਪਲਸ ਆ ਗਏ। ਸੋ ਇਦਾਂ ਬੱਚੇ ਤੋਂ ਆਪਾਂ ਇਹਨਾਂ ਨੂੰ ਡਿਵਾਈਡ ਕਰ ਲਿਆ। ਕੌਂਸਟੀਟਿਊਸ਼ਨ ਦੇ ਅੰਦਰ ਬਿਲਕੁਲ ਵੀ ਡਿਵਾਈਡ ਨਹੀਂ ਹੈਗੇ, ਯਾਦ ਰੱਖਿਓ। ਸੋ ਕੋਟੀਜ਼ ਇੰਡਸਟਰੀਜ਼ ਵਿਲੇਜ ਨੂੰ ਸੈਲਫ ਸਫੀਸ਼ੀਐਂਟ ਬਣਾਉਣਾ ਚਾਹੁੰਦੇ ਸੀਗੇ ਗਾਂਧੀ ਜੀ। ਸੋ ਇੱਥੇ ਆਪਣਾ ਆਨਸਰ ਡੀ ਆ ਜਾਏਗਾ, ਇੱਕ ਗਾਂਧੀਅਨ ਪ੍ਰਿੰਸੀਪਲ ਹੈ। SSC GD 2024 ਦਾ ਆਪਣਾ ਇਹ ਕੁਐਸਚਨ ਸੀਗਾ। ਚਲੋ ਅੱਗੇ ਬਈ। Which of the following articles provides for equal justice and free legal aid? ਆਰਟੀਕਲ 39 ਹੈ। ਇਹ ਕਹਿੰਦਾ ਹੈ ਵੀ ਸਰਕਾਰ ਜਿਹੜੀ ਹੈਗੀ ਹੈ ਉਹ ਫ੍ਰੀ ਲੀਗਲ ਏਡ ਪ੍ਰੋਵਾਈਡ ਕਰਵਾਵੇਗੀ ਜਿਨ੍ਹਾਂ ਲੋਕਾਂ ਕੋਲੇ ਇੰਨੇ ਜਿਹੜਾ ਹੈਗਾ ਐਕਸਪੈਂਡੀਚਰ ਨਹੀਂ ਹੈਗਾ ਕਿ ਉਹ ਜਿਹੜਾ ਹੈਗਾ ਲੀਗਲ ਸਰਵਿਸ ਨੂੰ ਅਵੇਲ ਕਰ ਸਕਣ। ਠੀਕ ਹੈ। ਸੋ SSC ਸਟੈਨੋਗ੍ਰਾਫਰ 2023 ਦਾ ਇਹ ਕੁਐਸਚਨ ਸੀਗਾ। ਨੈਕਸਟ ਇਜ਼ ਵਟ ਇਜ਼ ਦਾ ਏਮ ਆਫ ਦਾ ਆਰਟੀਕਲ 44? ਯੂਨੀਫਾਰਮ ਸਿਵਲ ਕੋਡ ਹੁਣ ਤਾਂ ਆਪਾਂ ਕਰਕੇ ਆਏ ਹਾਂ ਇਸ ਨੂੰ, ਦੇਖੋ ਕਿੱਥੇ ਹੈ। ਹਾਂ, ਡੀ ਦੇ ਅੰਦਰ ਦੇਖੋ, ਟੂ ਸਿਕਿਉਰ ਫॉर ਦਾ ਸਿਟੀਜ਼ਨ ਅ ਯੂਨੀਫਾਰਮ ਸਿਵਲ ਕੋਡ ਥਰੂ ਦਾ ਟੈਰੀਟਰੀ ਆਫ ਇੰਡੀਆ। ਜੇ ਤੁਹਾਡੇ ਮਨ ਵਿੱਚ ਇਹ ਆ ਰਿਹਾ ਹੋਵੇ UCC ਕੀ ਹੈ, ਯੂਨੀਫਾਰਮ ਸਿਵਲ ਕੋਡ ਕੀ ਹੈ, ਜਿਸ ਦੇ ਅੰਦਰ ਮੈਰਿਜ ਵਾਲੇ, ਡਿਵੋਰਸ ਵਾਲੇ, ਹੈ ਨਾ, ਸਕਸੈਸ਼ਨ ਵਾਲੇ ਜਿਹੜੇ ਇਹ ਕਾਨੂੰਨ ਹੋਣਗੇ ਇਹ ਸਾਰੇ ਰਿਲੀਜਨਾਂ ਦੇ ਲਈ ਸੇਮ ਹੋਣਗੇ, ਹਿੰਦੂ ਮੁਸਲਿਮ, ਹੈ ਨਾ, ਸਾਰੇ ਰਿਲੀਜਨਾਂ ਲਈ ਸੇਮ ਹੋਣਗੇ। ਉਹ ਹੋਵੇਗਾ ਬਾਈ ਯੂਨੀਫਾਰਮ ਸਿਵਲ ਕੋਡ। ਇਸ ਦੇ ਬਾਰੇ ਆਰਟੀਕਲ ਕਿਹੜਾ ਕਹਿ ਰਿਹਾ? ਆਰਟੀਕਲ 44 ਕਹਿ ਰਿਹਾ ਹੈ। ਕੁਐਸਚਨ ਕਿਹੜੇ ਪੇਪਰ ਦਾ ਬਾਈ? ਇਹ SSC MTS 2023 ਦਾ ਹੈ। 30ਵਾਂ ਕੁਐਸਚਨ ਸੀਗਾ ਇਹ ਇਸ ਵਾਲੇ ਚੈਪਟਰ ਦਾ। ਚਲੋ ਨੈਕਸਟ। ਅੰਡਰ ਵਿਚ ਆਰਟੀਕਲ ਆਫ ਦਾ DPSP ਅ ਵਰਕਿੰਗ ਵੂਮਨ ਔਨ ਮੈਟਰਨਿਟੀ ਲੀਵ ਮਸਟ ਰਿਸੀਵ ਆਲ ਮੈਟਰਨਿਟੀ ਬੈਨੀਫਿਟਸ ਫਰੋਮ ਦਾ ਐਮਪਲੋਇਰ। ਕਿ ਕਿਹੜਾ DPSP ਦਾ ਆਰਟੀਕਲ ਹੈ ਜਿਹੜਾ ਕਹਿ ਰਿਹਾ ਹੈ ਕਿ ਕੋਈ ਵੂਮਨ ਕਿਉਂਕਿ ਉਸਨੇ ਬੇਬੀ ਨੂੰ ਬਰਥ ਦਿੱਤਾ ਹੈ ਇਸ ਕਰਕੇ ਉਹ ਮੈਟਰਨਿਟੀ ਲੀਵ ਦੇ ਉੱਤੇ ਹੈ, ਲੇਕਿਨ ਉਸ ਨੂੰ ਸਾਰੇ ਬੈਨੀਫਿਟ ਮਿਲਣਗੇ, ਉਸ ਨੂੰ ਪੇਡ ਲੀਵ ਮਿਲੇਗੀ, ਹੈ ਨਾ। ਸੋ ਇਹ ਕਿਹੜਾ ਆਰਟੀਕਲ ਗੱਲ ਕਰ ਰਿਹਾ ਇਸ ਚੀਜ਼ ਦੀ? ਸੋ ਆਨਸਰ ਆ ਜਾਏਗਾ ਬਾਈ ਆਰਟੀਕਲ 42। ਠੀਕ ਹੈ, ਆਰਟੀਕਲ 42 ਗੱਲ ਕਰ ਰਿਹਾ ਇਸ ਚੀਜ਼ ਦੀ। SSC CHSL 2023 ਦਾ ਇਹ ਕੁਐਸਚਨ ਸੀਗਾ। ਕਰੀਏ ਜੀ ਅੱਗੇ। ਫੰਡਾਮੈਂਟਲ ਡਿਊਟੀਜ਼ ਹੈਵ ਡੈਸ਼ ਸੋਸ਼ਲ ਐਂਡ ਇਕਨੋਮਿਕ ਸਿਗਨੀਫਿਕੈਂਸ। ethical, social and economic significance। SSC CPO 2022 ਦਾ ਇਹ ਕੁਐਸਚਨ ਸੀਗਾ। ਠੀਕ ਹੈ, ਯਾਦ ਰੱਖਣਾ ethical ਆਵੇਗਾ ਇੱਥੇ। ਨੈਕਸਟ ਇਜ਼, ਕਿਉਂਕਿ ਬੱਚੇ ਫੰਡਾਮੈਂਟਲ ਡਿਊਟੀਆਂ ਕੀ ਕਰ ਰਹੀਆਂ ਨੇ, ਆਪਾਂ ਨੂੰ ਐਸੇ ਕੁਝ ਪ੍ਰਿੰਸੀਪਲ ਸਿਖਾ ਰਹੀਆਂ ਨੇ ਜਿਹਦੇ ਨਾਲ ਆਪਾਂ ਆਪਣੀ ਕੰਟਰੀ ਦੇ ਜਿਹੜੇ ਵੀ ਮੇਨ ਮੰਨ ਲਓ ਕਿ ਚਿੰਨ੍ਹ ਹੋ ਗਏ ਉਹਨਾਂ ਦੀ ਰਿਸਪੈਕਟ ਕਰਾਂਗੇ। ਠੀਕ ਹੈ। ਸੋ ਨੈਕਸਟ ਦੇਖੋ। ਦ ਗਵਰਨਮੈਂਟ ਸਕੀਮ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਏਮਸ ਫॉर ਕ੍ਰੌਪ ਇੰਸ਼ੋਰੈਂਸ ਸਰਵਿਸ ਫॉर ਫਾਰਮਰਸ। ਇਹ ਕਹਿ ਰਿਹਾ ਹੈ ਕਿ ਗਵਰਨਮੈਂਟ ਦੀ ਇੱਕ ਸਕੀਮ ਹੈ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ, ਜਿਸ ਦੇ ਨਾਲ ਜਿਹੜੇ ਫਾਰਮਰਸ ਨੇ ਉਹਨਾਂ ਨੂੰ ਜੇ ਉਹਨਾਂ ਦੀ ਕ੍ਰੌਪ ਖਰਾਬ ਹੋ ਜਾਂਦੀ ਹੈ ਉਹਨਾਂ ਨੂੰ ਪੈਸੇ ਮਿਲ ਜਾਂਦੇ ਨੇ, ਇਨਸੈਂਟਿਵ ਮਿਲ ਜਾਂਦਾ ਹੈ ਗਵਰਨਮੈਂਟ ਤੋਂ। ਦਿਸ ਟਾਈਪ ਆਫ ਗਵਰਨਮੈਂਟ ਐਫਰਟਸ ਫਾਲ ਅੰਡਰ ਦਾ DPSP ਵਿਚ ਆਰਟੀਕਲ। ਸੋ DPSP ਦੇ ਕਿਹੜੇ ਆਰਟੀਕਲ ਦੇ ਅੰਦਰ ਵਿੱਚੋਂ ਇਹ ਜਿਹੜੇ ਹੈਗੇ ਨੇ ਇਦਾਂ ਦੇ ਐਫਰਟਸ ਰੱਖੇ ਜਾਣਗੇ ਜਾਂ ਫੋਲ ਕਰਨਗੇ? ਸੋ ਆਰਟੀਕਲ ਆ ਜਾਏਗਾ ਬਈ ਆਪਣਾ 48। ਠੀਕ ਹੈ ਬੱਚਿਓ, ਕਰੀਏ ਅੱਗੇ। ਐਗਰੀਕਲਚਰ ਨੂੰ ਪ੍ਰਮੋਟ ਕਰੀਏ ਗਵਰਨਮੈਂਟ, ਹੈ ਨਾ, ਇਹ ਸਭ ਕੁਝ ਹੁੰਦਾ ਹੈ ਇਸ ਆਰਟੀਕਲ ਦੇ ਅੰਦਰ। SSC CHSL 2023 ਦਾ ਇਹ ਕੁਐਸਚਨ ਸੀਗਾ ਵੀ ਆਪਣਾ। ਚਲੋ ਅੱਗੇ। ਨੈਕਸਟ ਇਜ਼ which article of the Indian Constitution mandates that the state should protect every monument or place of artistic or historic interest? ਜਿਹੜੇ ਬੱਚੇ ਆਪਣੇ ਕਿਲੇ ਵਗੈਰਾ ਹੋ ਗਏ, ਪੁਰਾਣੇ ਸਮਾਰਕ ਵਗੈਰਾ ਹੋ ਗਏ ਜਿਹੜੇ ਹਿਸਟੋਰੀਕਲ ਪਰਪਸ ਤੋਂ ਜ਼ਰੂਰੀ ਨੇ, ਉਹਨਾਂ ਨੂੰ ਗਵਰਨਮੈਂਟ ਸਾਂਭ ਕੇ ਰੱਖੇਗੀ, ਉਹਨਾਂ ਦੀ ਕੰਜ਼ਰਵੇਸ਼ਨ ਕਰੇਗੀ, ਹੈ ਨਾ। ਇਹ ਕਿਹੜਾ ਆਰਟੀਕਲ ਗੱਲ ਕਰ ਰਿਹਾ ਹੈ ਇਹ ਸਭ ਚੀਜ਼ਾਂ ਕਰਨ ਦੀ? ਸੋ ਇਹ ਹੈ ਬਈ ਆਪਣਾ ਆਰਟੀਕਲ 49। ਆਪਸ਼ਨ ਨੰਬਰ C ਆਪਣਾ ਆਨਸਰ ਆ ਜਾਏਗਾ। ਠੀਕ ਹੈ ਜੀ।
SSC MTS 2023 ਦਾ ਇਹ ਕੁਐਸਚਨ ਸੀਗਾ ਆਪਣਾ। ਕਰੀਏ ਜੀ ਅੱਗੇ। ਨੈਕਸਟ ਇਜ਼ which article of the Constitution of India provides early childhood care and education for all children until they complete the age of 6 year। ਇਹ ਤਾਂ ਆਪਾਂ ਨੂੰ ਸਭ ਨੂੰ ਪਤਾ ਹੈ ਆਰਟੀਕਲ 45। ਪਹਿਲਾਂ ਇੱਥੇ ਸੀਗਾ 6 ਤੋਂ ਲੈ ਕੇ 14 ਸਾਲ ਤੱਕ ਦੇ ਬੱਚਿਆਂ ਦੀ ਐਜੂਕੇਸ਼ਨ ਬਾਰੇ, ਲੇਕਿਨ ਫਿਰ ਆਪਾਂ ਕੀ ਕਰਿਆ 21A ਆਰਟੀਕਲ ਐਡ ਕਰਤਾ ਸੀਗਾ ਫੰਡਾਮੈਂਟਲ ਰਾਈਟ ਵਾਲੇ ਚੈਪਟਰ ਦੇ ਅੰਦਰ। ਫਿਰ ਇਸ ਆਰਟੀਕਲ ਦੇ ਅੰਦਰ ਆਪਾਂ ਲਿਖਤਾ 0 ਤੋਂ ਲੈ ਕੇ 6 ਸਾਲ ਤੱਕ ਦੇ ਬੱਚਿਆਂ ਦੀ ਅਰਲੀ ਐਜੂਕੇਸ਼ਨ ਤੇ ਕੇਅਰ ਬਾਰੇ। ਸੋ SSC MTS 2023 ਦਾ ਇਹ ਆਪਣਾ ਕੁਐਸਚਨ ਹੈ। ਕਰੀਏ ਅੱਗੇ ਬਈ। The working conditions also include prevention of sexual harassment of working women and make arrangements in the organization for it। This falls under ਕਿ ਵਰਕਿੰਗ ਕੰਡੀਸ਼ਨਾਂ ਅੱਛੀਆਂ ਹੋਣਗੀਆਂ। ਇਸ ਦੇ ਅੰਦਰ ਇਹ ਵੀ ਆਉਂਦਾ ਹੈ ਕਿ ਕੋਈ ਸੈਕਸੁਅਲ ਹਰਾਸਮੈਂਟ ਨਹੀਂ ਹੋਵੇਗੀ ਵੂਮਨਸ ਨੂੰ ਜਿੱਥੇ ਉਹ ਕੰਮ ਕਰ ਰਹੀਆਂ ਹੋਣਗੀਆਂ। ਸੋ ਇਹ ਕਿਹੜੇ ਆਰਟੀਕਲ ਦੇ ਅੰਦਰ ਆਉਂਦਾ ਹੈ ਬਈ? ਇਹ ਆਉਂਦਾ ਹੈ ਜੀ ਆਰਟੀਕਲ 42 ਦੇ ਅੰਡਰ ਹੀ। SSC CHSL 2023 ਦਾ ਹੀ ਕੁਐਸਚਨ ਸੀਗਾ ਆਪਣਾ। ਨੈਕਸਟ ਕੁਐਸਚਨ ਇਜ਼ ਪੋਸ਼ਣ ਅਭਿਆਨ ਇਜ਼ ਅ ਪ੍ਰੋਗਰਾਮ ਟੂ ਅਚੀਵ ਨਿਊਟ੍ਰੀਸ਼ਨਲ ਸਟੇਟਸ ਆਫ ਚਿਲਡਰਨ ਫਰੋਮ 0 to 6 years। Which of the following articles of the Indian Constitution provides for raising the nutrition level? कि nutrition level ਨੂੰ increase ਕਰਿਆ ਜਾਵੇਗਾ, raise ਕਰਿਆ ਜਾਵੇਗਾ, ਇਸ ਦੇ ਬਾਰੇ ਕਿਹੜਾ ਆਰਟੀਕਲ ਗੱਲ ਕਰਦਾ ਹੈ? ਆਰਟੀਕਲ 47 ਗੱਲ ਕਰਦਾ ਹੈ ਬਈ ਇਸ ਦੇ ਬਾਰੇ। ਆਰਟੀਕਲ 47 ਇਹ ਵੀ ਗੱਲ ਕਰਦਾ ਹੈ ਕਿ ਜਿਹੜੇ ਇੰਟੌਕਸੀਕੈਂਟ ਸਬਸਟੈਂਸ ਹੋਣਗੇ ਉਹਨਾਂ ਨੂੰ ਪ੍ਰੀਵੈਂਟ ਕਰਿਆ ਜਾਵੇਗਾ, ਪ੍ਰੋਹਿਬਿਟ ਕਰਿਆ ਜਾਵੇਗਾ, ਬੈਨ ਕਰਿਆ ਜਾਵੇਗਾ। ਸੋ SSC CHSL 2023 ਦਾ ਇਹ ਕੁਐਸਚਨ ਸੀਗਾ। ਨੈਕਸਟ ਇਜ਼ which is not a DP to be followed by the state for policy making। ਕਿਹੜੀ ਇੱਕ DPSP ਨਹੀਂ ਹੈ? Tender age of children is not abused, equal pay for equal justice, the operation of economic system results for concentration of wealth। ਨਾ ਬਈ distribution of wealth ਆਵੇਗਾ ਬੱਚੋਂ। ਮਤਲਬ ਕਿ ਪੈਸਾ ਕਿਸੇ ਇੱਕ ਬੰਦੇ ਕੋਲ ਇਕੱਠਾ ਨਾ ਹੋਵੇ, ਉਹ ਸਾਰਿਆਂ ਦੇ ਕੋਲ ਡਿਸਟਰੀਬਿਊਟ ਕਰਨਾ ਹੈ। ਇਹ ਤਾਂ ਬੱਚੋ DPSP ਦਾ ਇੱਕ ਮੇਨ ਮੋਟਿਵ ਹੈ। ਸੋ ਇਸਨੇ ਨੋਟ ਪੁੱਛਿਆ ਸੀਗਾ, ਗਲਤ ਪੁੱਛਿਆ ਇਸਨੇ, ਗਲਤ ਤਾਂ ਬੱਚੋ C ਹੈ ਆਪਣਾ। ਸੋ C ਹੀ ਆਪਣਾ ਆਂਸਰ ਆ ਜਾਏਗਾ। ਨੈਕਸਟ ਇਜ਼ ਫੰਡਾਮੈਂਟਲ ਡਿਊਟੀਜ਼ ਆਰ ਡੈਸ਼ ਐਂਡ ਨੋਟ ਐਨਫੋਰਸੇਬਲ ਬਾਈ ਲਾ ਬਟ ਆਰ ਟੇਕਨ ਇਨਟੂ ਅਕਾਊਂਟ ਬਾਈ ਦਾ ਕੋਰਟਸ ਵਾਈਲ ਐਡਜੂਡੀਕੇਟਿੰਗ ਐਨੀ ਮੈਟਰ। ਜਿਹੜੀਆਂ ਫੰਡਾਮੈਂਟਲ ਡਿਊਟੀਆਂ ਨੇ ਉਹ ਸਟੈਟੂਟਰੀ ਲਾ ਨੇ, ਇਨਫੋਰਸੇਬਲ ਨਹੀਂ ਹੈਗਾ ਬੱਚੇ ਲਾ। ਮਤਲਬ ਕਿ ਕਾਨੂੰਨ ਦੁਆਰਾ ਆਪਾਂ ਇਨਫੋਰਸੇਬਲ ਇਹਨਾਂ ਨੂੰ ਕਰ ਸਕਦੇ ਹਾਂ। ਮੰਨ ਲਓ ਕਿ ਜੇਕਰ ਕੋਈ ਬੰਦਾ ਇੰਡੀਅਨ ਫਲੈਗ ਦੀ ਰਿਸਪੈਕਟ ਨਹੀਂ ਕਰ ਰਿਹਾ, ਆਪਾਂ ਉਸ ਦੇ ਉੱਤੇ ਕੋਈ ਫਾਈਨ ਲਗਾ ਸਕਦੇ ਹਾਂ ਕਾਨੂੰਨ ਬਣਾ ਕੇ। ਲੇਕਿਨ ਇਨਫੋਰਸੇਬਲ ਨਹੀਂ ਹੈਗੀਆਂ ਬੱਚਿਓ ਇਹ ਕਿ ਆਪਾਂ ਕੋਈ ਬੰਦਾ ਜੇ ਇੱਦਾਂ ਨਹੀਂ ਕਰ ਰਿਹਾ ਆਪਾਂ ਉਸ ਨੂੰ ਕੋਰਟ ਦੇ ਅੰਦਰ ਜਾ ਕੇ ਨਹੀਂ ਲੈ ਕੇ ਜਾ ਸਕਦੇ। ਸੋ ਆਂਸਰ ਆ ਜਾਏਗਾ C। SSC CGL 2023 ਦਾ ਇਹ ਕੁਐਸਚਨ ਸੀਗਾ। Next is and the last one, which of the following does not come under the fundamental duties in the Constitution of India? Fundamental duties ਦੇ ਅੰਦਰ ਕੀ ਨਹੀਂ ਆਂਦਾ? So exercise adult franchise ਕਿ ਸਾਰਿਆਂ ਨੇ ਆਪਣੀ ਵੋਟ ਪਾਣੀ ਹੈ, ਇਹ ਬਈ ਫੰਡਾਮੈਂਟਲ ਡਿਊਟੀਜ਼ ਦੇ ਅੰਦਰ ਨਹੀਂ ਆਂਦਾ। ਨੋਟ ਪੁੱਛਿਆ ਹੈ, ਸੋ ਆਂਸਰ C ਆ ਜਾਏਗਾ। SSC CGL 2023 ਦਾ ਇਹ ਕੁਐਸਚਨ ਸੀਗਾ ਆਪਣਾ। ਠੀਕ ਹੈ ਜੀ। ਸੋ ਇਹ ਸੀਗੇ ਆਪਣੇ ਅੱਜ ਦੇ ਸੈਸ਼ਨ ਦੇ 20 ਕੁਐਸਚਨਸ। ਆਈ ਹੋਪ ਤੁਹਾਨੂੰ ਸਾਰੇ ਹੀ ਕੁਐਸਚਨ ਸਮਝ ਆਏ ਹੋਣੇ ਆ। ਕੋਈ ਡਾਊਟ ਹੋਵੇ ਕਮੈਂਟ ਸੈਕਸ਼ਨ ਦੇ ਅੰਦਰ ਲਿਖ ਸਕਦੇ ਹੋ। ਠੀਕ ਹੈ ਜੀ। ਵੀਡੀਓ ਅੱਛੀ ਲੱਗਦੀ ਹੋਵੇ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਬੱਚੇ। ਸੋ ਫਿਰ ਮਿਲਦੇ ਹਾਂ ਬਹੁਤ ਜਲਦ ਇੱਕ ਨਵੀਂ ਵੀਡੀਓ ਦੇ ਨਾਲ। ਉਸ ਟਾਈਮ ਤੱਕ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ।